ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਦੀ ਇਹ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਦਾ ਮੇਰੇ ਚੈਨਲ ਤੇ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਕੁਝ ਮਹਾਨ ਵਿਦਵਾਨਾਂ ਦੇ ਵਿਚਾਰ ਦੱਸਾਂਗਾ। ਉਹਨਾਂ ਦੇ ਵਿਚਾਰ ਆਤਮਾ ਜਾਣੀ ਕਿ ਰੂਹ ਦੇ ਬਾਰੇ ਕੀ ਹਨ। ਕੀ ਬੰਦਾ ਮਰਨ ਤੋਂ ਬਾਅਦ ਦੁਬਾਰਾ ਜਨਮ ਲੈਂਦਾ ਹੈ ਜਾਂ ਉਸ ਦੀ ਰੂਹ ਕਿੱਥੇ ਜਾਂਦੀ ਹੈ, ਉਸ ਦੀ ਆਤਮਾ ਦਾ ਕੀ ਬਣਦਾ ਹੈ। ਇਹ ਸਭ ਕੁਝ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ, ਜੋ ਕਿ ਮਹਾਨ ਵਿਦਵਾਨਾਂ ਅਤੇ ਗੁਰੂਆਂ ਨੇ ਖੁਦ ਦੱਸਿਆ ਗਿਆ ਹੈ। ਸਿੱਖ ਆਪਣੇ ਪੁਨਰ ਜਨਮ ਦੇ ਵਿੱਚ ਵਿਸ਼ਵਾਸ ਵਿੱਚ ਬਹੁਤ ਪੱਕੇ ਹਨ। ਮਨੁੱਖਤਾ ਸਮੇਤ ਸਾਰੇ ਜਾਨਵਰਾਂ ਦੀ ਰੂਹ ਹੁੰਦੀ ਹੈ ਅਤੇ ਸਾਡੀ ਰੂਹ ਵੱਖੋ ਵੱਖਰੇ ਜੀਵਨ ਰੂਪਾਂ ਵਿੱਚੋਂ ਲੰਘਦੀ ਹੈ ਜਦ ਤੱਕ ਅਸੀਂ ਇਸ ਨੂੰ ਪਰਮਾਤਮਾ ਨਾਲ ਇੱਕ ਬਣਨ ਲਈ ਸ਼ੁੱਧ ਨਹੀਂ ਕਰਦੇ। ਜਿਵੇਂ ਇੱਕ ਕੱਪੜਾ ਬਦਲਦਾ ਹੈ, ਸਾਡੀ ਜ਼ਿੰਦਗੀ ਦੇ ਰੂਪ ਬਦਲ ਜਾਂਦੇ ਹਨ। ਇਸ ਤੱਥ ਨੂੰ ਪਰਮਾਤਮਾ ਨੇ ਸਿੱਖ ਗੁਰੂਆਂ ਦੁਆਰਾ ਬਿਆਨ ਕੀਤਾ ਹੈ। ਕਿਸੇ ਨੇ ਵੀ ਨਹੀਂ ਵੇਖਿਆ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ, ਇਸ ਲਈ ਇਹ ਸਮਝਣਾ ਬਹੁਤ ਮੁਸ਼ਕਲ ਹੁੰਦਾ ਹੈ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ। ਸਿੱਖ ਗੁਰੂਆਂ ਪਰਮਾਤਮਾ ਨਾਲ ਮੇਲ ਰੱਖਦੇ ਹਨ ਅਤੇ ਉਹ ਸਾਨੂੰ ਦੱਸਦੇ ਹਨ ਕਿ ਸਾਡੀ ਰੂਹ ਪਰਮਾਤਮਾ ਤੋਂ ਵੱਖ ਹੋ ਗਈ ਹੈ ਅਤੇ ਇਸ ਦੀ ਇੱਜ਼ਤ ਪਰਮਾਤਮਾ ਨਾਲ ਅਭੇਦ ਹੋਣ ਵਿੱਚ ਕਾਇਮ ਹੈ। ਰੱਬ ਨੂੰ ਸਮੁੰਦਰ ਅਤੇ ਸਾਡੀ ਰੂਹ ਨੂੰ ਪਾਣੀ ਦੀ ਇੱਕ ਬੂੰਦ ਸਮਝੋ। ਪਾਣੀ ਦੀ ਬੂੰਦ ਸਮੁੰਦਰ ਤੋਂ ਵੱਖ ਹੋ ਗਈ ਹੈ। ਬੂੰਦਾਂ ਮੀਂਹ ਦੇ ਰੂਪ ਵਿੱਚ ਜ਼ਮੀਨ ਤੇ ਆਉਂਦੀਆਂ ਹਨ। ਅਸੀਂ ਉਹਨਾਂ ਮੀਂਹ ਦੀਆਂ ਬੂੰਦਾਂ ਵਰਗੇ ਹਾਂ। ਅਸੀਂ ਰੱਬ ਤੋਂ ਵਿਛੜ ਗਏ ਹਾਂ ਅਤੇ ਇਸ ਸੰਸਾਰ ਵਿੱਚ ਪੈਦਾ ਹੋਏ ਹਾਂ। ਮੀਂਹ ਦੀ ਬੂੰਦ ਦਾ ਸਮੁੰਦਰ ਵਿੱਚ ਲੀਨ ਹੋਣ ਵਿੱਚ ਹੈ। ਜਿਵੇਂ ਬਾਰਿਸ਼ ਦੀਆਂ ਬੂੰਦਾਂ ਸਾਡੀ ਰੂਹਾਂ ਨੂੰ ਮੁੱਖ ਉਦੇਸ਼ ਪਰਮਾਤਮਾ ਨਾਲ ਵਾਪਸ ਲੀਨ ਹੋਣਾ ਹੈ, ਉਸ ਦੇ ਨਾਲ ਇੱਕ ਹੋਣਾ ਹੈ। ਸਾਡੀ ਰੂਹ ਜਨਮ ਮਰਨ ਤੋਂ ਦੁੱਖ ਤੋਂ ਦੁਖੀ ਹੈ। ਇਸ ਪੀੜ ਨੂੰ ਮੁਕਤੀ ਪ੍ਰਾਪਤ ਕਰਕੇ ਪਰਮਾਤਮਾ ਵਿੱਚ ਲੀਨ ਹੋ ਕੇ ਖਤਮ ਕੀਤਾ ਜਾ ਸਕਦਾ ਹੈ। ਗੁਰੂ ਨਦੀਆਂ ਵਰਗੇ ਹਨ। ਜੇਕਰ ਮੀਂਹ ਦੀ ਬੂੰਦ ਨਦੀ ਦੇ ਮਗਰ ਚੱਲੇ ਤਾਂ ਉਹ ਸਮੁੰਦਰ ਵਿੱਚ ਪਹੁੰਚ ਸਕਦੇ ਹਨ। ਇਸ ਲਈ ਜੇ ਅਸੀਂ ਆਪਣੇ ਗੁਰੂਆਂ ਦੀ ਪਾਲਣਾ ਕਰੀਏ, ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਇੱਕ ਵਾਰ ਇੱਕ ਰੂਹ ਪਰਮਾਤਮਾ ਵਿੱਚ ਅਭੇਦ ਹੋ ਜਾਂਦੀ ਹੈ, ਇਹ ਮੁਕਤੀ ਪ੍ਰਾਪਤ ਕਰਦੀ ਹੈ। ਜਨਮ ਅਤੇ ਮੌਤ ਅਤੇ ਇਸ ਸੰਸਾਰ ਦੇ ਸਾਰੇ ਦੁੱਖਾਂ ਤੋਂ ਮੁਕਤ ਹੋ ਜਾਂਦੀ ਹੈ। ਉਹ ਆਤਮਾ ਪਰਮਾਤਮਾ ਨਾਲ ਇੱਕ ਹੋ ਜਾਂਦੀ ਹੈ। ਅਸੀਂ ਕਿਵੇਂ ਜਾਣਦੇ ਹਾਂ ਕਿ ਅਸੀਂ ਦੁਬਾਰਾ ਜਨਮ ਲਿਆ ਹੈ? ਅਸੀਂ ਜਨਮ ਲੈਂਦੇ ਹਾਂ ਅਤੇ ਮਰਦੇ ਹਾਂ। ਸਿੱਖ ਧਰਮ ਸਵਰਗ ਅਤੇ ਨਰਕ ਦੀ ਹੋਂਦ ਵਿੱਚ ਵਿਸ਼ਵਾਸ ਰੱਖਦਾ ਹੈ। ਹਾਲਾਂਕਿ ਸਵਰਗ ਅਤੇ ਨਰਕ ਨੂੰ ਇਨਾਮ ਅਤੇ ਸਜ਼ਾ ਦੇਣ ਲਈ ਬਣਾਇਆ ਗਿਆ ਹੈ। ਤਦ ਕੋਈ ਫਿਰ ਜਨਮ ਲੈਂਦਾ ਹੈ ਜਦ ਤੱਕ ਇੱਕ ਪਰਮਾਤਮਾ ਵਿੱਚ ਲੀਨ ਨਹੀਂ ਹੁੰਦਾ। ਕੁਝ ਧਰਮ ਦੇ ਅਨੁਸਾਰ ਆਤਮਾ ਜਾਂ ਤਾਂ ਮੌਤ ਤੋਂ ਬਾਅਦ ਸਵਰਗ ਜਾਂ ਨਰਕ ਵਿੱਚ ਜਾਂਦੀ ਹੈ ਅਤੇ ਉੱਥੇ ਰਹਿੰਦੀ ਹੈ। ਤਾਂ ਫਿਰ ਧਰਤੀ ਤੇ ਲੋਕ ਅਤੇ ਹੋਰ ਜਾਨਵਰ ਕਿਵੇਂ ਪੈਦਾ ਹੋ ਰਹੇ ਹਨ? ਕੀ ਰੱਬ ਨਵੀਆਂ ਰੂਹਾਂ ਪੈਦਾ ਕਰ ਰਿਹਾ ਹੈ? ਜੇ ਉਹ ਹੈ ਤਾਂ ਕੋਈ ਫਰਕ ਨਹੀਂ ਪੈਂਦਾ ਕਿ ਸਵਰਗ ਜਾਂ ਨਰਕ ਕਿੰਨਾ ਵੱਡਾ ਹੈ, ਇਸ ਨੂੰ ਭਰਿਆ ਜਾ ਰਿਹਾ ਹੈ। ਸਾਡੀਆਂ ਰੂਹਾਂ ਕੇਵਲ ਮੌਤ ਤੋਂ ਬਾਅਦ ਸਵਰਗ ਜਾਂ ਨਰਕ ਵਿੱਚ ਖਤਮ ਹੁੰਦੀਆਂ ਹਨ ਅਤੇ ਪਰਮਾਤਮਾ ਨਵੀਂ ਰੂਹ ਪੈਦਾ ਕਰਨ ਦਾ ਕੋਈ ਅਰਥ ਨਹੀਂ ਰੱਖਦਾ। ਜੇ ਤੁਸੀਂ ਸਾਡੇ ਵਾਤਾਵਰਣ ਨੂੰ ਵੇਖਦੇ ਹੋ ਤਾਂ ਇੱਕ ਸਹੀ ਚੱਕਰ ਹੈ ਜੋ ਹਰ ਜਗ੍ਹਾ ਚੱਲਦਾ ਹੈ। ਪਾਣੀ ਸਮੁੰਦਰ ਤੋਂ ਫੈਲਦਾ ਹੈ, ਧਰਤੀ ਉੱਤੇ ਯਾਤਰਾ ਕਰਦਾ ਹੈ ਅਤੇ ਸਮੁੰਦਰ ਦੇ ਨਾਲ ਮਿਲ ਜਾਂਦਾ ਹੈ। ਇੱਥੇ ਇੱਕ ਸੰਪੂਰਨ ਚੱਕਰ ਹੈ ਜੋ ਸਾਡੇ ਵਾਤਾਵਰਣ ਵਿੱਚ ਜਾਂਦਾ ਹੈ, ਜੋ ਇਸ ਨੂੰ ਸਿਹਤਮੰਦ ਰੱਖਦਾ ਹੈ। ਸਿੱਖ ਗੁਰੂਆਂ ਨੇ ਧਰਮ ਗ੍ਰੰਥ ਵਿੱਚ ਉਹ ਲਿਖਿਆ ਜੋ ਪਰਮਾਤਮਾ ਨੇ ਉਹਨਾਂ ਨੂੰ ਬਿਆਨਿਆ ਸੀ। ਸ਼ਾਸਤਰਾਂ ਅਨੁਸਾਰ ਇੱਥੇ 8.4 ਮਿਲੀਅਨ ਸਪੀਚਸ ਹਨ ਅਤੇ ਤੁਹਾਡੀ ਰੂਹ ਉਹਨਾਂ ਸਾਰੀਆਂ ਵਿੱਚੋਂ ਲੰਘਦੀ ਹੈ। ਉਹ ਜਿਹੜੇ ਸੱਚੇ ਗੁਰੂਆਂ ਦੀ ਸੇਵਾ ਨਹੀਂ ਕਰਦੇ ਅਤੇ ਸ਼ਬਦ ਤੇ ਵਿਚਾਰ ਨਹੀਂ ਕਰਦੇ, ਉਹ ਰੂਹਾਨੀ ਬੁੱਧੀ ਨੂੰ ਨਹੀਂ ਸਮਝ ਸਕਦੇ। ਉਹ ਸੰਸਾਰ ਵਿੱਚ ਮੁਰਦਾ ਸਰੀਰਾਂ ਵਰਗੇ ਹਨ। ਉਹ 8.4 ਮਿਲੀਅਨ ਪੁਨਰ ਜਨਮ ਦੇ ਚੱਕਰ ਵਿੱਚੋਂ ਲੰਘਦੇ ਹਨ, ਮਤਲਬ ਕਿ 84 ਲੱਖ ਜੂਨਾਂ ਭੋਗਦੇ ਹਨ ਅਤੇ ਉਹ ਮੌਤ ਅਤੇ ਪੁਨਰ ਜਨਮ ਦੁਆਰਾ ਬਰਬਾਦ ਹੋ ਜਾਂਦੇ ਹਨ। ਸਿੱਖ ਧਰਮ ਗ੍ਰੰਥਾਂ ਅਨੁਸਾਰ ਮਨੁੱਖਾਂ ਸਰੂਪ ਪਰਮਾਤਮਾ ਦਾ ਇੱਕ ਅਲਮਾਰੀ ਦਾ ਰੂਪ ਹੈ ਅਤੇ ਮਨੁੱਖ ਮੁਕਤੀ ਪ੍ਰਾਪਤ ਕਰਨ ਅਤੇ ਪਰਮਾਤਮਾ ਵਿੱਚ ਅਭੇਦ ਹੋਣ ਦਾ ਸਭ ਤੋਂ ਉੱਤਮ ਮੌਕਾ ਹੈ। ਮੌਤ ਤੋਂ ਬਾਅਦ ਸਾਡੀ ਰੂਹ ਮਰਦੀ ਨਹੀਂ,
ਜਾਂ ਸਵਰਗ ਜਾਂ ਨਰਕ ਵਿੱਚ ਨਹੀਂ ਰਹਿੰਦੀ। ਸਿੱਖ ਗੁਰੂਆਂ ਨੇ ਕਿਹਾ ਹੈ ਕਿ ਕੁਝ ਨਹੀਂ ਮਰਦਾ, ਕੁਝ ਵੀ ਪੈਦਾ ਨਹੀਂ ਹੁੰਦਾ, ਹਰ ਚੀਜ਼ ਸਦਾ ਮੌਜੂਦ ਹੈ ਅਤੇ ਇਹ ਕੇਵਲ ਰੂਪ ਬਦਲਦਾ ਹੈ। ਇਹ ਇੱਕ ਉੱਚ ਦਰਸ਼ਨ ਹੈ। ਇਹ ਇੱਕ ਅਲਮਾਰੀ ਦੇ ਸਾਹਮਣੇ ਖੜੇ ਹੋਣ ਵਰਗਾ ਹੈ। ਤੁਸੀਂ ਇੱਕ ਕੱਪੜਾ ਚੁੱਕੋ ਅਤੇ ਪਹਿਨੋ ਅਤੇ ਫਿਰ ਤੁਸੀਂ ਇਸ ਨੂੰ ਰੱਦ ਕਰੋ। ਤੁਸੀਂ ਇੱਕ ਹੋਰ ਪਹਿਨਦੇ ਹੋ। ਤੁਸੀਂ ਸਿਰਫ ਇੱਕ ਫਾਰਮ ਨੂੰ ਦੂਸਰੇ ਰੂਪ ਵਿੱਚ ਬਦਲ ਰਹੇ ਹੋ। ਦਰਅਸਲ ਤੁਹਾਡੀ ਰੂਹ ਕਦੇ ਨਹੀਂ ਪੈਦਾ ਹੁੰਦੀ ਅਤੇ ਕਦੇ ਨਹੀਂ ਮਰਦੀ। ਤੁਹਾਡੀ ਰੂਹ ਪਰਮਾਤਮਾ ਦਾ ਇੱਕ ਹਿੱਸਾ ਹੈ ਅਤੇ ਇਸ ਲਈ ਸਦਾ ਜਿਉਂਦਾ ਹੈ। ਹਾਲਾਂਕਿ ਮੌਤ ਨੂੰ ਇੱਕ ਸਪੀਸੀਜ਼ ਵਿੱਚ ਇੱਕ ਰੂਹ ਦੁਆਰਾ ਬਿਤਾਏ ਸਮੇਂ ਦੇ ਅੰਤ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ ਅਤੇ ਜਨਮ ਨੂੰ ਕਿਸੇ ਹੋਰ ਸਪੀਚ ਵਿੱਚ ਆਤਮਾ ਦੇ ਪ੍ਰਵੇਸ਼ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਉਹ ਜਿਹੜੇ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਉਹ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਣਗੇ ਅਤੇ ਜਨਮ ਮਰਨ ਦੇ ਚੱਕਰ ਵਿੱਚ ਜਿਉਂਦੇ ਰਹਿਣਗੇ। ਅਗਿਆਤ ਅਤੇ ਭੁਲੱਕੜ ਸੱਚੇ ਗੁਰਾਂ ਦੀ ਸੇਵਾ ਨਹੀਂ ਕਰਦੇ, ਉਹਨਾਂ ਨੂੰ ਮੁਕਤੀ ਕਿਵੇਂ ਮਿਲੇਗੀ? ਉਹ ਕੇਵਲ ਮੁੜ-ਮੁੜ ਜਨਮ ਲੈਣ ਲਈ ਮਰਦੇ ਹਨ। ਮੌਤ ਦੇ ਦਰਵਾਜ਼ੇ ਤੇ ਉਹਨਾਂ ਨੂੰ ਸਤਾਇਆ ਜਾਂਦਾ ਹੈ। ਮੌਤ ਤੋਂ ਬਾਅਦ ਕੀ ਹੁੰਦਾ ਹੈ? ਮੌਤ ਤੋਂ ਬਾਅਦ ਦੋ ਚੀਜ਼ਾਂ ਹੋ ਸਕਦੀਆਂ ਹਨ। ਪਹਿਲਾਂ, ਜੇ ਤੁਸੀਂ ਪਰਮਾਤਮਾ ਦਾ ਸਿਮਰਨ ਕਰਦੇ ਹੋ ਅਤੇ ਵਾਸਨਾ, ਕ੍ਰੋਧ, ਲੋਭ, ਮੋਹ ਅਤੇ ਹਉਮੈ ਨੂੰ ਪ੍ਰਾਪਤ ਕਰਕੇ ਆਪਣੀ ਆਤਮਾ ਨੂੰ ਸ਼ੁੱਧ ਕਰਦੇ ਹੋ, ਤਾਂ ਤੁਸੀਂ ਪਰਮਾਤਮਾ ਨਾਲ ਵਾਪਸ ਭੇਦ ਹੋ ਜਾਂਦੇ ਹੋ ਅਤੇ ਤੁਹਾਡਾ ਜੀਵਨ ਅਤੇ ਮਰਨ ਦਾ ਚੱਕਰ ਸਦਾ ਲਈ ਖਤਮ ਹੋ ਜਾਂਦਾ ਹੈ। ਦੂਸਰਾ ਇਹ ਹੈ ਕਿ ਜੇ ਤੁਸੀਂ ਪਰਮਾਤਮਾ ਦੀ ਪੂਜਾ ਨਹੀਂ ਕਰਦੇ ਅਤੇ ਉਸ ਨੂੰ ਅਨੁਭਵ ਨਹੀਂ ਕਰਦੇ ਤਾਂ ਤੁਹਾਨੂੰ ਪੁਨਰ ਜਨਮ ਦਿੱਤਾ ਜਾਵੇਗਾ। ਜੇ ਤੁਸੀਂ ਪਰਮਾਤਮਾ ਦੇ ਸਹੀ ਰਸਤੇ ਤੇ ਸੀ ਪਰ ਧਰਤੀ ਤੇ ਤੁਹਾਡੇ ਜੀਵਨ ਕਾਲ ਦੌਰਾਨ ਆਪਣੀ ਰੂਹ ਨੂੰ ਸ਼ੁੱਧ ਨਹੀਂ ਕੀਤਾ, ਤੁਹਾਨੂੰ ਮਨੁੱਖ ਦੇ ਰੂਪ ਵਿੱਚ ਪਰਮਾਤਮਾ ਦੇ ਨਜ਼ਦੀਕ ਅਤੇ ਨੇੜਤਾ ਹੋਣ ਦੇ ਵਧੇਰੇ ਮੌਕੇ ਦਿੱਤੇ ਜਾਣਗੇ। ਜੇ ਤੁਸੀਂ ਰੱਬ ਨੂੰ ਪਿਆਰ ਕਰਨ ਅਤੇ ਆਪਣੀ ਆਤਮਾ ਨੂੰ ਸ਼ੁੱਧ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਹੈ, ਤਾਂ ਤੁਸੀਂ 84 ਲੱਖ ਕਿਸਮਾਂ ਵਿੱਚ ਭਟਕਣਾ ਖਤਮ ਕਰੋਗੇ। ਜਦ ਸਰੀਰ ਹਉਮੈ ਅਤੇ ਸਵਾਰਥ ਨਾਲ ਭਰ ਜਾਂਦਾ ਹੈ ਤਾਂ ਜਨਮ ਮਰਨ ਦਾ ਗੇੜ ਖਤਮ ਨਹੀਂ ਹੁੰਦਾ। ਜਦ ਤੱਕ ਜੀਵ ਪਰਮਾਤਮਾ ਦੇ ਨਾਮ ਦਾ ਉਚਾਰਨ ਨਹੀਂ ਕਰਦੀ, ਉਹ ਵਿਅਕਤੀ ਦੁੱਖ ਵਿੱਚ ਚੀਕਦੇ ਹੋਏ ਪੁਨਰ ਜਨਮ ਵਿੱਚ ਆਉਂਦੇ ਅਤੇ ਜਾਂਦੇ ਰਹਿੰਦੇ ਹਨ। ਅੰਨੇ ਲੋਕ ਪਰਮਾਤਮਾ ਦੇ ਨਾਮ ਨੂੰ ਭੁੱਲ ਗਏ ਹਨ। ਸਵੈ ਇੱਛਾ ਨਾਲ ਭਰੇ ਲੋਕ ਹਨੇਰੇ ਵਿੱਚ ਹਨ। ਉਹਨਾਂ ਦਾ ਆਉਣਾ ਅਤੇ ਮੁੜ ਜਨਮ ਲੈਣਾ ਖਤਮ ਨਹੀਂ ਹੁੰਦਾ। ਮੌਤ ਅਤੇ ਪੁਨਰ ਜਨਮ ਦੁਆਰਾ ਉਹ ਬਰਬਾਦ ਹੋ ਜਾਂਦੇ ਹਨ। ਕੋਈ ਨਹੀਂ ਕਹਿ ਸਕਦਾ ਕਿ ਮੌਤ ਤੋਂ ਬਾਅਦ ਤੁਸੀਂ ਕਿਹੜਾ ਰੂਪ ਲੈਂਦੇ ਹੋ ਅਤੇ ਮੌਤ ਤੋਂ ਬਾਅਦ ਤੁਹਾਨੂੰ ਕਿੰਨੀਆਂ ਜੂਨਾਂ ਵਿੱਚੋਂ ਲੰਘਣਾ ਹੈ। ਰੱਬ ਇਹ ਫੈਸਲਾ ਕਰਦਾ ਹੈ ਕਿ ਤੁਹਾਡੇ ਲਈ ਅਤੇ ਇਹ ਇਸ ਗੱਲ ਤੇ ਆਧਾਰਿਤ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਕਿੰਨੀ ਚੰਗੀ ਤਰ੍ਹਾਂ ਜਿਉਂਦੇ ਹੋ ਕਿ ਬਚਨ ਨੂੰ ਨਿਰਧਾਰਤ ਕਰਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਕੇਵਲ ਮੌਤ ਅਤੇ ਪੁਨਰ ਜਨਮ ਦੇ ਚੱਕਰ ਤੋਂ ਬਚਣਾ ਇੱਕ ਪੂਰਨ ਚੰਗੇ ਮਨੁੱਖ ਬਣਨਾ ਹੈ। ਤੁਹਾਨੂੰ ਹਮੇਸ਼ਾ ਪਰਮਾਤਮਾ ਨੂੰ ਯਾਦ ਕਰਨਾ ਅਤੇ ਸਿਮਰਨ ਕਰਨਾ ਚਾਹੀਦਾ ਹੈ। ਪਰਮਾਤਮਾ ਤੋਂ ਵੱਖ ਹੋਣ ਤੋਂ ਬਾਅਦ ਸਾਡੀ ਰੂਹ ਅਸ਼ੁੱਧ ਹੋ ਗਈ ਹੈ। ਸਾਨੂੰ ਅਭਿਆਸ ਦੁਆਰਾ ਇਸ ਨੂੰ ਕਾਫੀ ਸ਼ੁੱਧ ਬਣਾਉਣਾ ਪਏਗਾ ਤਾਂ ਕਿ ਪਰਮਾਤਮਾ ਸਾਨੂੰ ਉਸ ਵਿੱਚ ਵਾਪਸ ਮਿਲਾ ਦੇਵੇ। ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਮੁਕਤੀ ਪ੍ਰਾਪਤ ਕਰਦੇ ਹਨ। ਉਹਨਾਂ ਲਈ ਜਨਮ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ। ਜਾਗਦੇ ਸਮੇਂ ਖਾਣਾ ਅਧਿਐਨ ਕਰਦਿਆਂ ਵਾਹਿਗੁਰੂ ਨੂੰ ਯਾਦ ਕਰੋ, ਜਿਵੇਂ ਤੁਸੀਂ ਕਿਸੇ ਨੂੰ ਯਾਦ ਕਰਦੇ ਹੋ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਅਤੇ ਉਸ ਦੀ ਦੇਖਭਾਲ ਕਰਦੇ ਹੋ ਅਤੇ ਤੁਸੀਂ ਆਪਣੇ ਪਿਆਰ ਨੂੰ ਨਹੀਂ ਭੁੱਲ ਸਕਦੇ ਅਤੇ ਤੁਹਾਡੇ ਵਿਚਾਰ ਤੁਹਾਡੇ ਪਿਆਰੇ ਤੇ ਸਥਿਰ ਹਨ। ਇਸੇ ਤਰ੍ਹਾਂ ਆਪਣੇ ਦਿਲ ਵਿੱਚ ਰੱਬ ਨੂੰ ਯਾਦ ਕਰੋ ਅਤੇ ਯਕੀਨਨ ਰੱਬ ਤੁਹਾਡੀ ਅਗਵਾਈ ਕਰੇਗਾ ਅਤੇ ਤੁਹਾਡੀ ਸਹਾਇਤਾ ਕਰੇਗਾ ਅਤੇ ਤੁਸੀਂ ਮੌਤ ਅਤੇ ਮੌਤ ਦੇ ਚੱਕਰ ਤੋਂ ਬਚ ਸਕਦੇ ਹੋ। ਜਿਹੜੇ ਲੋਕ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਗੁਰੂ ਦੀਆਂ ਸਿੱਖਿਆਵਾਂ ਦਾ ਸਿਮਰਨ ਕਰਦੇ ਹਨ, ਉਹ ਲੋਕ ਆਖਰ ਵਿੱਚ
ਜਨਮ ਮਰਨ ਮਤਲਬ ਕਿ ਪੁਨਰ ਜਨਮ ਦੇ ਚੱਕਰ ਵਿੱਚੋਂ ਨਿਕਲ ਜਾਂਦੇ ਹਨ। ਉਹ ਪਰਮਾਤਮਾ ਨਾਲ ਇੱਕ ਹੋ ਜਾਂਦੇ ਹਨ ਅਤੇ ਉਹਨਾਂ ਨੂੰ 84 ਲੱਖ ਜੂਨਾਂ ਤੋਂ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਸੋ ਇਹ ਸੀ ਗੁਰੂਆਂ ਦੇ ਵਿਚਾਰ, ਵੱਡੇ ਵੱਡੇ ਵਿਦਵਾਨਾਂ ਦੇ ਵਿਚਾਰ, ਜੋ ਕਿ ਅੱਜ ਤੁਹਾਡੇ ਨਾਲ ਇਸ ਵੀਡੀਓ ਵਿੱਚ ਮੈਂ ਸਾਂਝੇ ਕੀਤੇ ਹਨ। ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਅਤੇ ਨਾਲ ਹੀ ਚੈਨਲ ਨੂੰ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਨੂੰ ਪ੍ਰੈਸ ਕਰਕੇ ਸਬਸਕ੍ਰਾਈਬ ਕਰੋ ਅਤੇ ਨਾਲ ਬੈਲ ਆਈਕਨ ਵੀ ਪ੍ਰੈਸ ਕਰੋ ਤਾਂ ਜੋ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸਤਿ ਸ਼੍ਰੀ ਅਕਾਲ।